ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਰਿਪੋਰਟ ਦੇ ਵਿੱਚ ਕਈ ਆਸਪੈਕਟਸ ਸਰ ਨੇ ਜਿਵੇਂ ਦੱਸਿਆ ਕਿ 5-6 ਦੇ ਆਪਣਾ ਹਿੱਸੇ ਹੈਗੇ ਆ। ਉਹਨਾਂ ਦੇ ਵਿੱਚੋਂ ਜਿਹੜੇ ਫਾਈਨੈਂਸ਼ੀਅਲ ਇਰੈਗੂਲੈਰਿਟੀਜ਼ ਹੋਈਆਂ ਜਾਂ ਫਾਈਨੈਂਸ਼ੀਅਲ ਆਰਥਿਕ ਪੱਖੋਂ ਜੋ ਨੁਕਸਾਨ ਹੋਇਆ ਉਹ ਜਾਂ ਗਲਤੀਆਂ ਹੋਈਆਂ ਉਣਤਾਈਆਂ ਰਹੀਆਂ ਉਹ। ਦੂਸਰਾ ਪ੍ਰੋਸੀਜਰਲ ਕਿ ਵੀ ਵਿਧੀ ਵਿਧਾਨ ਪ੍ਰੋਪਰਲੀ ਫੋਲੋ ਹੋਇਆ ਕਿ ਨਹੀਂ ਹੋਇਆ, ਕਿੱਥੇ ਉਹਦੇ ਵਿੱਚ ਉਣਤਾਈਆਂ ਰਹੀਆਂ ਜਾਂ ਗਲਤੀਆਂ ਕੀਤੀਆਂ ਗਈਆਂ ਜਾਣ ਬੁੱਝ ਕੇ ਜਾਂ ਕੋਈ ਭੁਲੇਖੇ ਨਾਲ ਹੋਈਆਂ, ਉਹ ਇੰਟੈਂਸ਼ਨਲ ਸੀ ਜਾਂ ਮਤਲਬ ਬਾਈ ਐਕਸੀਡੈਂਟਲ ਸੀ। ਅਤੇ ਤੀਸਰਾ ਆਸਪੈਕਟ ਕਿ ਵੀ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਅਸੀਂ ਟੈਲੀਕਾਸਟ ਕਰਦੇ ਹਾਂ ਥਰੂ ਪ੍ਰਾਈਵੇਟ ਚੈਨਲ 'ਤੇ ਵੀ ਬਾਕੀ ਕੰਪੈਰੇਟਿਵ ਰਿਲੀਜਨਸ ਜਿਹੜੇ ਹੋਰ ਧਰਮ ਆ ਉਹ ਇਸ ਖਿੱਤੇ ਦੇ ਵਿੱਚ ਜਾਂ ਹੋਰ ਖਿੱਤਿਆਂ ਦੇ ਵਿੱਚ ਕੀ ਹੱਲ ਲੱਭਦੇ ਆ। ਇਹ ਤਿੰਨ ਆਸਪੈਕਟਸ 'ਤੇ ਮੈਂ ਗੱਲ ਕਰੂੰਗਾ। ਉਸ ਤੋਂ ਬਾਅਦ ਭਾਜੀ ਪਰਮਜੀਤ ਸਿੰਘ ਇਹਦੇ ਸਿਧਾਂਤਕ ਪੱਖ 'ਤੇ ਇਹਦਾ ਅੱਗੇ ਜਿਹੜਾ ਸਿੱਖੀ ਰਵਾਇਤ ਦੇ ਹਿਸਾਬ ਨਾਲ ਸਾਨੂੰ ਕਿਸ ਤਰੀਕੇ ਦਾ ਪ੍ਰਸਾਰਣ ਜਾਂ ਪ੍ਰਚਾਰ ਕਰਨਾ ਚਾਹੀਦਾ ਗੁਰਬਾਣੀ ਦਾ ਹੈ, ਉਹਦੇ ਬਾਰੇ ਆਪਦੇ ਵਿਚਾਰ ਇਸ ਰਿਪੋਰਟ ਦੇ ਵਿੱਚ ਜੋ ਅਸੀਂ ਵਿਚਾਰ ਰੱਖੇ ਆ ਉਹ ਦੇਣਗੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਵੀ ਕੁਛ ਅਸੀਂ ਸੋਰਸ ਕੀਤਾ ਹੈ, ਜੋ ਵੀ ਇਸ ਰਿਪੋਰਟ ਦੇ ਵਿੱਚ ਡੇਟਾ ਦਿੱਤਾ ਹੈ ਜਾਂ ਇਨਫੋਰਮੇਸ਼ਨ ਦਿੱਤੀ ਆ, ਉਹਦੇ ਵਿੱਚ ਕੋਈ ਵੀ ਚੀਜ਼ ਹੀਅਰਸੇ ਨਹੀਂ ਗੀ। ਜਿਵੇਂ ਕਿਸੇ ਨੇ ਇਹ ਕਹਿ ਦਿੱਤਾ ਜਾਂ ਐਲੀਗੇਸ਼ਨ ਲਾਤਾ ਜਾਂ ਆ ਵਿਚਾਰ ਦੇਤੇ, ਇਹ ਗੱਲ ਬਿਲਕੁਲ ਨਹੀਂ ਗੀ। ਜ਼ਿਆਦਾਤਰ ਜਿਹੜਾ ਜੋ ਵੀ ਕੁਛ ਇਹਦੇ ਵਿੱਚ ਹੈਗਾ ਉਹਦੇ ਮੋਟੇ ਤੌਰ 'ਤੇ ਤਿੰਨ ਸੋਰਸਿਸ ਸੀਗੇ। ਪਹਿਲਾ ਸੋਰਸ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪ ਦਾ ਜੋ ਉਹਨਾਂ ਨੇ ਡੇਟਾ ਸ਼ੇਅਰ ਕੀਤਾ ਅਲੱਗ-ਅਲੱਗ ਕੇਸਿਸ ਦੇ ਵਿੱਚ, ਜਾਂ ਜੇ ਕਿਸੇ ਐਕਟਿਵਿਸਟ ਨੇ ਜਿਵੇਂ ਸਰਦਾਰ ਬਲਦੇਵ ਸਿੰਘ ਸਰਸਾ ਨੇ ਬਹੁਤ ਇਹਦੇ ਵਿੱਚ ਮਦਦ ਕੀਤੀ, ਉਹਨਾਂ ਨੇ ਜੋ RTI ਦੀਆਂ ਰਿਪੋਰਟ ਸੀਗੀਆਂ ਸਾਨੂੰ ਸਾਰੀਆਂ ਓਰੀਜਨਲ ਦੇ ਵਿੱਚ ਦੇਤੀਆਂ ਅਤੇ ਇਹ ਅਸੀਂ ਲੈ ਕੇ ਤਕਰੀਬਨ ਇਹਦੇ ਵਿੱਚੋਂ ਅਕਾਊਂਟਿੰਗ ਪ੍ਰੋਸੀਜਰਸ ਦਿੱਤੇ ਆ। ਉਸ ਤੋਂ ਬਾਅਦ ਵੀ ਅਸੀਂ ਵੈਸੇ ਸ਼੍ਰੋਮਣੀ ਕਮੇਟੀ ਤੋਂ ਅਕਾਊਂਟਿੰਗ ਉਹਨਾਂ ਦੇ ਅਕਾਊਂਟਸ ਮੰਗੇ ਸੀ, ਪਰ 2015 ਤੋਂ ਬਾਅਦ ਉਹਨਾਂ ਨੇ ਉਹ ਸਾਂਝੇ ਨਹੀਂ ਕੀਤੇ, ਕੋਈ ਜਵਾਬ ਵੀ ਨਹੀਂ ਆਇਆ ਅਤੇ ਈਮੇਲਸ ਵੀ ਕੀਤੀਆਂ ਉਹਨਾਂ ਨੂੰ, ਪਰ ਉਹਨਾਂ ਨੇ ਕੋਈ ਉਹਦਾ ਜਵਾਬ ਨਹੀਂ ਦਿੱਤਾ। ਲਾਸਟਲੀ ਹਤਾਸ਼ ਹੋ ਕੇ ਅਸੀਂ ਕੁਛ ਦਿਨ ਪਹਿਲਾਂ ਉਹਨਾਂ ਨੂੰ ਅਖੀਰ ਰਿਪੋਰਟ ਕੋਰੀਅਰ ਕਰਤੀ, ਜਿਹੜੀ ਕਿ ਉਹਨਾਂ ਨੂੰ ਮਿਲ ਵੀ ਚੁੱਕੀ ਹੈਗੀ ਕਾਫੀ ਦਿਨਾਂ ਤੋਂ ਪ੍ਰੈਜ਼ੀਡੈਂਟ ਤੋਂ। ਇਸ ਤੋਂ ਇਲਾਵਾ ਜਿਹੜਾ ਸੋਰਸ ਲਿਆ ਡਾਕੂਮੈਂਟਸ ਦਾ ਉਹ ਸਾਰਾ ਹੀ ਪਬਲਿਕਲੀ ਅਵੇਲੇਬਲ ਗਵਰਨਮੈਂਟ ਸੋਰਸਿਸ ਤੋਂ ਹੈਗਾ। ਜੋ ਵੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੇ ਕੋਈ ਡਾਕੂਮੈਂਟਸ ਹੈਗੇ ਆ ਜਾਂ ਆਪਣਾ ਜਿਹੜੀ ਤੁਹਾਡੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੇ ਡਾਕੂਮੈਂਟਸ ਆ, ਉਹ ਸਾਰੇ ਉਹਨਾਂ ਦੇ ਰਿਸੋਰਸਿਸ ਤੋਂ ਲਏ ਆ। ਤਕਰੀਬਨ 50-60 ਹਜ਼ਾਰ ਇਹ ਡਾਕੂਮੈਂਟਸ ਜਿਹੜੇ ਪਬਲਿਕਲੀ ਅਵੇਲੇਬਲ ਹੋ ਜਾਂਦੇ ਆ, ਤੁਸੀਂ RTI ਰਾਹੀਂ ਜਾਂ ਤੁਸੀਂ ਡਾਇਰੈਕਟਲੀ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹੋ। ਉਹਨਾਂ ਦੇ ਬੁਨਿਆਦ 'ਤੇ ਹੀ ਰਿਪੋਰਟ ਲਈ ਗਈ ਆ। ਜਿਹੜੀਆਂ ਉਸ ਸਮੇਂ ਦੇ ਵਿੱਚ ਇਨਵੈਸਟੀਗੇਟ ਕਰਦੇ ਲੋਕਾਂ ਨੇ ਕੋਈ ਆਪਦੀਆਂ ਗੱਲਾਂ ਦੱਸੀਆਂ ਜਾਂ ਕੋਈ ਜਿਨ੍ਹਾਂ ਦਾ ਕੋਈ ਐਵੀਡੈਂਸ ਹੈ ਨਹੀਂ ਸੀ ਸਾਡੇ ਕੋਲ, ਉਹ ਬਿਲਕੁਲ ਇਸ ਰਿਪੋਰਟ ਦੇ ਵਿੱਚ ਇਨਕਲੂਡਡ ਨਹੀਂ ਗਿਆ। ਇਸ ਤੋਂ ਇਲਾਵਾ ਜੇ ਕੁਛ ਕੀਤਾ ਤਾਂ ਉਹ ਆ ਕਿ ਜੋ ਉਹਦੇ ਤੋਂ ਇਨਫਰੈਂਸਿਸ ਆਪਾਂ ਡਰਾ ਕਰ ਸਕਦੇ ਹਾਂ, ਉਹ ਇਨਫਰੈਂਸਿਸ ਉਸ ਡੇਟਾ ਤੋਂ ਡਰਾ ਕੀਤੇ ਹੈਗੇ। ਸੋ ਮੋਟੇ ਤੌਰ 'ਤੇ ਪਹਿਲਾਂ ਆਪਾਂ ਆਉਂਦੇ ਹਾਂ ਕਿ ਪ੍ਰੋਸੀਜਰਲ ਇਸ਼ੂਜ਼ ਕੀ ਰਹੇ। ਗੁਰਬਾਣੀ ਰਿਲੇ ਦਾ ਜਿਹੜਾ ਇਸ਼ੂ ਸੀਗਾ ਇਹ ਤਕਰੀਬਨ 97-98 ਤੋਂ ਹੀ ਇੰਪੋਰਟੈਂਟ ਹੋ ਗਿਆ। ਗੁਰਬਾਣੀ ਅਤੇ ਹੁਕਮਨਾਮਾ ਇਹ ਜਿਹੜੇ ਵੀ ਤੁਸੀਂ ਚੈਨਲਸ ਦੇ ਵਿੱਚ ਕੰਮ ਕਰ ਰਹੇ ਹੋ ਤੁਸੀਂ ਸਮਝ ਸਕਦੇ ਹੋ, ਇਹ ਨੋਨ ਫੰਜੀਬਲ ਅਤੇ ਓਰੀਜਨਲ ਕੰਟੈਂਟ ਹੈਗਾ। ਇਸ ਕੰਟੈਂਟ ਦੀ ਡਿਮਾਂਡ ਤਕਰੀਬਨ ਮਤਲਬ ਡਿਮਾਂਡ ਕਹਿ ਲਓ ਜਾਂ ਜਿਹਨੂੰ ਮਾਰਕੀਟ ਦੇ ਹਿਸਾਬ ਨਾਲ ਜਿਵੇਂ ਸੋਚਦੇ ਜਾਂ ਇਹ ਕਹਿ ਲਓ ਇਹਨੂੰ ਹਰ ਗੁਰੂ ਨਾਨਕ ਨਾਮ ਲੇਵਾ ਸੁਣਨਾ ਚਾਹੁੰਦਾ। ਅਤੇ ਇਹ ਇੱਕ ਓਰੀਜਨਲ ਇੱਕ ਸਮਝ ਲਓ ਇੱਕ ਚੀਜ਼ ਆ ਜਿਹੜੀ ਇੱਥੇ ਹੀ ਮਿਲਦੀ ਆ। ਦੂਸਰੀ ਗੱਲ ਕਿਸੇ ਵੀ ਚੈਨਲ ਵਾਸਤੇ ਇਹ ਹੈ ਕਿ ਇਹਨੂੰ ਤਿਆਰ ਨਹੀਂ ਕਰਨਾ ਪੈਂਦਾ, ਉੱਥੋਂ ਉਹਨੇ ਪਿਕ ਕੀਤਾ ਅਤੇ ਰਿਲੇ ਕਰਤਾ। ਸੋ ਇਹਦੇ ਤੋਂ ਤੁਸੀਂ ਸਮਝ ਸਕਦੇ ਹੋ ਕਿ PT ਕਿਸੇ ਇੱਕ ਨਿੱਜੀ ਚੈਨਲ ਵਾਸਤੇ ਕਿੰਨਾ ਇੰਪੋਰਟੈਂਟ ਹੋ ਸਕਦਾ ਜੇ ਉਹਨੇ ਇੱਕ ਕਿਸੇ ਵੀ ਮਾਰਕੀਟ 'ਚ ਪੈਰ ਲਗਾਉਣੇ ਹੈਗੇ ਆ। ਸੋ ਇਹਦੀ ਇੰਪੋਰਟੈਂਸ ਜਿਹੜੀ ਸੀ ਉਹਨਾਂ ਨਿੱਜੀ ਚੈਨਲਾਂ ਵਾਲਿਆਂ ਨੂੰ ਜਾਂ ਉਹਨਾਂ ਫਲਾਈ ਬਾਈ ਨਾਈਟ ਆਪਰੇਟਰਸ ਨੂੰ ਪਤਾ ਸੀ, ਅਤੇ ਇਹਦੇ ਵਾਸਤੇ ਬਹੁਤ ਪਹਿਲਾਂ ਤੋਂ ਹੀ ਭੱਜ ਦੌੜ ਹੋਣੀ ਸ਼ੁਰੂ ਹੋ ਗਈ ਸੀ ਵੀ ਅਸੀਂ ਕਰ ਲਈਏ। ਉਹਦੇ ਵਿੱਚ ਨਿੱਕੇ ਆਪਰੇਟਰਸ ਬਹੁਤ ਪਏ, ਕਿਸੇ ਨੇ ਕਦੀ ਸ਼ੁਰੂ ਕੀਤਾ ਕਦੀ ਉਹ ਡਿੱਗ ਗਿਆ। ਉਹ ਵੇਰਵਾ ਸਾਰਾ ਰਿਪੋਰਟ ਦੇ ਵਿੱਚ ਆ, ਤੁਸੀਂ ਉਹ ਪੜ੍ਹ ਸਕੋਗੇ। ਉਸ ਤੋਂ ਬਾਅਦ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਈ, ਜਿਸ 5 ਮੈਂਬਰੀ ਕਮੇਟੀ ਸੀ, ਉਹਦੇ ਕਾਗਜ਼ਾਤ ਵੀ ਨਾਲ ਲਗਾਏ ਹੋਏ ਆ। ਉਹ ਕਮੇਟੀ ਨੇ ਕੁਛ 5-7 ਵਾਰੀ ਮੀਟਿੰਗ ਕਰਕੇ ਇੱਕ ਨਤੀਜੇ 'ਤੇ ਪਹੁੰਚੀ ਵੀ ਕਿ ਅਸੀਂ ਇਹ ਕੰਟਰੈਕਟ ਇਹਨਾਂ ਸ਼ਰਤਾਂ 'ਤੇ ਦੇਣਾ, ਫਾਈਨੈਂਸ਼ੀਅਲ ਸ਼ਰਤਾਂ ਆ ਹੋਣਗੀਆਂ, ਫਲਾਨੀਆਂ ਆ ਹੋਣਗੀਆਂ। ਇਹ 14 ਸਤੰਬਰ ਸੰਨ 2000 ਨੂੰ ਇਹ ਡਿਸਾਈਡ ਹੋਇਆ ਸੀ। ਉਹ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ, ਉਹਦੇ 'ਚ ਡਿਸਾਈਡ ਹੋਇਆ। ਅਗਲੇ ਦਿਨ ETC ਨਾਲ ਕੰਟਰੈਕਟ ਸਾਈਨ ਹੋਇਆ। ਉਹ ਕਮੇਟੀ ਦੀਆਂ ਜਿਹੜੀਆਂ ਵੀ ਸਿਫਾਰਸ਼ਾਂ ਸੀ ਕੋਈ ਵੀ ਲੈਟਰ ਤੇ ਸਪਿਰਿਟ 'ਚ ਲਾਗੂ ਨਹੀਂ ਹੋਈ। ਫਾਈਨੈਂਸ਼ਲੀ ਤਾਂ ਬਹੁਤ ਹੀ ਉਹਦੇ ਵਿੱਚ ਤਕਰੀਬਨ 50-60 ਲੱਖ ਦਾ ਹੇਰ ਫੇਰ ਹੋਇਆ।
ਤੇ ETC ਨੂੰ ਉਹ ਕੰਟਰੈਕਟ ਚਲਾ ਗਿਆ। ETC ਤੋਂ ਬਾਅਦ ਨਾਲ ਹੀ 2003 ਦੇ ਵਿੱਚ ਇੱਕ ਇਹ ਆਪਣਾ ਕਿਹਾ ਗਿਆ SGPC ਵੱਲੋਂ ਕਿ ਵੀ ਅਸੀਂ ਆਪ ਦਾ ਚੈਨਲ ਬਣਾਵਾਂਗੇ, ਨਿੱਜੀ ਚੈਨਲ, ਜਿਵੇਂ ਹੁਣ ਗੱਲਾਂ ਹੋ ਰਹੀਆਂ ਨਿੱਜੀ ਚੈਨਲ ਦੀਆਂ, ਉਦੋਂ ਵੀ 2003 'ਚ ਵੀ ਇਹ ਗੱਲਾਂ ਸ਼ੁਰੂ ਹੋਈਆਂ। 2003 ਦੇ ਵਿੱਚ ਹੀ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਕੌਣ ਬੰਦੇ ਸ਼ਾਮਲ ਸੀ, ਕੌਣ ਨਹੀਂ ਸ਼ਾਮਲ ਸੀ, ਇਹਦਾ ਕੋਈ ਵੇਰਵਾ ਹੈ ਨਹੀਂ, ਬਟ ਉਹਨਾਂ ਦਾ ਆਪਦੇ ਇੱਕ ਸਾਈਟ 'ਤੇ ਇਹ ਅਵੇਲੇਬਲ ਹੈ ਡਾਕੂਮੈਂਟ, ਔਰ ਉਹ ਵੀ ਲਗਾਇਆ ਗਿਆ ਰਿਪੋਰਟ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਵੀ ਨਿੱਜੀ ਚੈਨਲ ਬਣਾਉਣਾ ਇੱਕ ਬਹੁਤ ਵੱਡਾ ਕੰਮ ਆ। ਉਹ ਬਹੁਤ ਵੱਡੇ ਨੂੰ ਵੀ ਕੋਈ ਕੁਆਂਟੀਫਾਈ ਨਹੀਂ ਕੀਤਾ, ਕੁਛ ਨਹੀਂ ਕਿਹਾ, ਤੇ ਵੀ ਅਸੀਂ ਨਹੀਂ ਇਹ ਕੰਮ ਕਰ ਸਕਦੇ, ਆਪਾਂ ਇਹ ਕਿਸੇ ਨੂੰ ਅੱਗੇ ਸੋਰਸ ਕਰ ਦਿਓ। 2003 ਦੇ ਵਿੱਚ ਹੀ ਹੁਣ ਮੈਂ ਥੋੜ੍ਹਾ ਜਿਹਾ ਕੰਪੈਰੀਟਿਵ ਵੱਲ ਆਉਣਾ, ਉਹਨਾਂ ਦਿਨਾਂ ਦੇ ਵਿੱਚ ਹੀ ਤ੍ਰਿਪਤੀ ਬਾਲਾ ਜੀ ਵਾਲਿਆਂ ਨੇ ਵੀ ਇਹੀ ਡਿਸੀਜਨ ਲਿਆ ਸੀ ਕਿ ਉਹਨਾਂ ਨੇ 2007 ਦੇ ਵਿੱਚ ਸਿਰਫ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ 1.5 ਲੱਖ ਉਹਨਾਂ ਦਾ ਪਹਿਲਾਂ ਇਨੀਸ਼ੀਅਲ ਕੈਪੀਟਲ ਸੀ, ਪਰ ਅਪਲਿੰਕਿੰਗ ਕਾਸਟ, ਡਾਊਨ ਲਿੰਕਿੰਗ ਕਾਸਟ ਤਕਰੀਬਨ 1.5 ਕਰੋੜ ਦੇ ਨਾਲ ਉਹਨਾਂ ਦੀ ਬੈਲੈਂਸ ਸ਼ੀਟ ਨਾਲ ਲਗਾਈ ਆ ਹੈ। ਉਹਨਾਂ ਨੇ ਇਹ ਰਿਲੀਜ਼ ਆਪਦਾ ਇਹ ਸ਼ੁਰੂ ਕਰ ਦਿੱਤਾ ਚੈਨਲ, ਜੋ ਅੱਜ 24 ਆਵਰ ਚੈਨਲ ਆ ਤੇ 72 ਦੇਸ਼ਾਂ 'ਚ ਵਿਖਾਇਆ ਜਾ ਰਿਹਾ। ਇਹ ਇਸੇ ਸਮੇਂ ਦੇ ਦੌਰਾਨ 2007 ਦੇ ਵਿੱਚ ਤਕਰੀਬਨ ਅਕਾਲੀ ਸਰਕਾਰ ਜਦੋਂ ਦੁਬਾਰਾ ਆਈ ਆ, ਉਹਨਾਂ ਤੋਂ ਕੁਛ ਚਿਰ ਪਹਿਲਾਂ ਇੱਕ ਕੰਪਨੀ ਫਲੋਟ ਕੀਤੀ ਗਈ ਜਿਹਨੂੰ G-Next ਕਹਿੰਦੇ ਆ। ਉਸ ਕੰਪਨੀ ਦੇ ਵਿੱਚ ਜਦੋਂ ਉਹਨੂੰ ਅੱਗੇ ਫਰੋਲ ਕੇ ਵੇਖਦੇ ਆ, ਉਹਦੀ ਸ਼ੇਅਰ ਲਿਸਟਿੰਗ, ਉਹ ਕਿੱਥੋਂ ਕੌਣ ਕਿਹਦਾ ਕਿਹੜੀ ਪਾਰਟੀਆਂ ਉਹਦੀਆਂ ਸ਼ੇਅਰ ਹੋਲਡਰਸ ਆ, ਉਹ ਵੀ ਨਾਲ ਲਗਾਈ ਹੋਈ ਆ। ਉਹਦੇ ਜਿਹੜੇ ਸ਼ੇਅਰ ਹੋਲਡਰਸ ਸੀਗੇ ਉਹ ਗੁਰਬਾਜ਼ ਆਟੋ ਤੇ ਆਪਣਾ ਫਿਰ ਡੱਬ ਵਾਲੀ ਟਰਾਂਸਪੋਰਟ, ਆਰਬਿਟ ਰਿਜ਼ੋਰਟਸ, ਤੇ ਪਰ ਅਲਟੀਮੇਟਲੀ ਫਾਈਨਲ ਜਿਹੜੀ ਸ਼ੇਅਰ ਹੋਲਡਿੰਗ ਆ ਜੋ ਜਾਂਦੀ ਆ ਉਹ ਬਾਦਲ ਫੈਮਿਲੀ ਦੀ ਲਾਰਜੈਸਟ ਹੈਗੀ ਆ। ਉਹਦੇ ਵਿੱਚ ਜ਼ਿਆਦਾ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੈਗੇ ਆ, ਉਹਨਾਂ ਦੇ ਮਿਸਿਸ ਹੈਗੇ ਆ, ਤੇ ਆਪਣਾ ਇੱਕ ਉਹਨਾਂ ਦੀ ਫੈਲਕਨ ਪ੍ਰੋਫਿਟ ਆ ਤੁਹਾਨੂੰ ਮਿਲ ਜਾਏਗਾ। ਇਹਦੇ ਵਿੱਚ ਸਾਰਾ ਚੈਨਲ ਦਿੱਤਾ ਹੋਇਆ, ਚਾਰਟਸ ਦੇ ਵਿੱਚ ਦਿੱਤਾ ਹੈ। ਤੇ ਜਿਹੜੇ EMPLOYEES ਇਹਦੇ ਵਿੱਚ ਰੱਖੇ ਗਏ, ਜਿਹੜੇ ਮੁਲਾਜ਼ਮ ਇਹਦੇ ਵਿੱਚ ਰੱਖੇ ਗਏ, ਇਹ ਉਹੀ ਸੀ ਜਿਨ੍ਹਾਂ ਨੇ ਪਹਿਲਾਂ ਭੱਜ ਨੱਸ ਕੀਤੀ ਸੀ ਪੰਜਾਬ ਟੁਡੇ 'ਚ। ਉਹੀ EMPLOYEE ETC 'ਚ ਸੀ, ਉਹੀ EMPLOYEE ਜਾਂ ਡਾਇਰੈਕਟਰ ਦੋ ਜਿਹੜੇ ਮੇਨ ਹੈਗੇ ਆ, ਰਵਿੰਦਰ ਨਾਰਾਇਣਨ ਤੇ ਇੱਕ ਹੋਰ ਆ, ਉਹੀ ਡਾਇਰੈਕਟਰ ETC ਸੀ। ਸਭ ਤੋਂ ਵੱਧ ਤਾਂ ਨੋਨ ਐਥੀਕਲ, ਜੇ ਤੁਸੀਂ ਕਾਰਪੋਰੇਟਸ 'ਚ ਕੰਮ ਕਰਦੇ ਹੋ, ਮੈਂ ਵੀ ਕੀਤਾ, ਇੱਕੋ ਟਾਈਮ 'ਤੇ ਉਹ ਦੋ ਜਗ੍ਹਾ ਕੰਮ ਕਰ ਰਹੇ ਸੀ। ਸਡਨਲੀ ਇਹ ETC ਨੂੰ ਕਿਹਾ ਗਿਆ ਕਿ ਵੀ ਇਹ ਜਿਹੜਾ ਕੰਟਰੈਕਟ ਹੈ G-Next ਨੂੰ ਟ੍ਰਾਂਸਫਰ ਕਰ ਦਿਓ, ਜਿਹਨੇ ਆਪਦੇ ਬ੍ਰਾਂਡ ਨੇਮ PTC ਤੇ ਉਹਨੂੰ ਰਿਲੇ ਕਰਨਾ ਸ਼ੁਰੂ ਕੀਤਾ। ਇਹ ਜਿਹੜਾ ਡਿਸੀਜਨ ਹੈਗਾ, ETC ਇੱਕ ਦਿਨ ਲੈਟਰ ਲਿਖਦੀ ਆ, 48 ਘੰਟਿਆਂ ਦੇ ਵਿੱਚ ਹੀ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ SGPC ਦੇ ਉਸ ਸਮੇਂ ਦੇ, ਉਹ ਇਹ ਡਿਸੀਜਨ ਲੈਂਦੇ ਆ ਕਿ ਹਾਂਜੀ ਇਹ ਕੰਟਰੈਕਟ ਟ੍ਰਾਂਸਫਰ ਹੋਣਾ ਚਾਹੀਦਾ। ਹਾਲਾਂਕਿ ਜਿਹੜਾ ਪਹਿਲਾ ਐਗਰੀਮੈਂਟ ਸੀ ਉਹਦੇ ਵਿੱਚ ਐਸਾ ਕੋਈ ਮੱਦ ਨਹੀਂ ਸੀ। ਇਸ ਤੋਂ ਇਲਾਵਾ ਪਹਿਲਾਂ ਹੀ ETC ਨਾਲ ਝਗੜਾ ਚੱਲ ਰਿਹਾ ਸੀ, ਕਿਉਂਕਿ ਉਹਨਾਂ ਨੇ ਐਡਵਰਟਾਈਜ਼ਮੈਂਟ ਦੀ ਜਿਹੜੀ ਪ੍ਰੋਮਿਸ ਕੀਤੀ ਸੀ ਉਹ ਪੈਸੇ ਨਹੀਂ ਜਮ੍ਹਾਂ ਕਰਾਏ ਸੀ। ਉਹਨਾਂ ਨੇ ਪ੍ਰੋਮਿਸਿਸ ਹੋਰ ਕੀਤੇ ਸੀਗੇ ਕਿ ਅਸੀਂ ਇੰਨਾ ਰੈਵਨਿਊ ਦੇਵਾਂਗੇ, ਉਹਦਾ ਲੜਾਈ ਝਗੜਾ ਚੱਲ ਰਿਹਾ ਸੀ, ਪੈਸੇ ਦਾ ਝਗੜਾ ਚੱਲ ਰਿਹਾ ਸੀ। ਇਹ ਪਰ ਕੰਟਰੈਕਟ G-Next ਨੂੰ ਟ੍ਰਾਂਸਫਰ ਹੋ ਜਾਂਦਾ ਵਿਦਾਊਟ ਐਨੀ ਸਕਰੂਟਨੀ, ਵਿਦਾਊਟ ਐਨੀ ਪ੍ਰੋਸੀਜਰਲ ਫਲੋ। ਇੱਥੋਂ ਤੱਕ ਤੁਸੀਂ ਵੇਖੋਗੇ ਕਿ ਜੇ ਸ਼੍ਰੋਮਣੀ ਕਮੇਟੀ 1 ਮੀਟਰ ਕੱਪੜਾ ਵੀ ਖਰੀਦਣਾ ਹੈ ਤਾਂ ਉਹਦਾ ਵੀ ਵਿਧੀ ਵਿਧਾਨ ਬਣਿਆ ਹੋਇਆ ਕਿ 3 ਸਾਲ ਦੀ ਇਨਕਮ ਟੈਕਸ ਰਿਟਰਨ ਹੋਣੀ ਚਾਹੀਦੀ ਆ, ਉਹ ਪਾਰਟੀ ਪਹਿਲਾਂ ਕਰਦੀ ਹੋਣੀ ਚਾਹੀਦੀ ਆ ਹੈ, ਉਹ ਕੋਟੇਸ਼ਨਾਂ ਆਉਣੀਆਂ ਚਾਹੀਦੀਆਂ 3 ਪਾਰਟੀਆਂ ਦੀਆਂ। ਐਸਾ ਕੁਝ ਫੋਲੋ ਨਹੀਂ ਕੀਤਾ ਗਿਆ, ਸਿੱਧਾ ਉਹ ਕੰਟਰੈਕਟ ਟ੍ਰਾਂਸਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਹ ਹੈ ਕਿ ਉਸ ਸਮੇਂ ਡਾਕੂਮੈਂਟਸ ਨਾਲ ਲੱਗੇ ਹੋਏ ਆ, ਉਸ ਸਮੇਂ G-Next ਕੋਲੇ ਅਪਲਿੰਕਿੰਗ ਦਾ ਤੇ ਡਾਊਨ ਲਿੰਕਿੰਗ ਦਾ ਲਾਇਸੈਂਸ ਹੀ ਹੈ ਨਹੀਂ ਸੀ। ਮਤਲਬ ਬ੍ਰੌਡਕਾਸਟ ਹੀ ਨਹੀਂ ਕਰ ਸਕਦੇ ਸੀ ਕਿ ਇਹ ਉਹ ਗੱਲ ਆ ਕਿ ਆਪਾਂ ਬੱਸ ਦਾ ਰੂਟ ਜਾਂ ਬੱਸ ਦਾ ਪਰਮਿਟ ਦੇ ਦਈਏ ਤੇ ਹਲੇ ਨਾ ਬੰਦੇ ਕੋਲ ਡਰਾਈਵਿੰਗ ਲਾਇਸੈਂਸ ਹੋਵੇ, ਨਾ ਉਹਦੇ ਕੋਲ ਬੱਸ ਖਰੀਦਣ ਨੂੰ ਪੈਸੇ ਹੋਣ, ਤੇ ਉਹ ਮਤਲਬ ਉਹਨੂੰ ਉਹ ਕੰਟਰੈਕਟ ਦੇ ਦਿੱਤਾ ਗਿਆ। ਤੇ ਉਹਨਾਂ ਨੇ ਉਹ ਕੰਟਰੈਕਟ ਲੈ ਕੇ ਤੇ ਸਡਨਲੀ ਤੁਸੀਂ ਵੇਖੋਗੇ ਕਿ ਵੀ G-Next ਦੇ ਅਗਲੇ ਸਾਲ ਦਾ ਜਿਹੜਾ ਰੈਵਨਿਊ ਇੱਕਦਮ ਜੰਪ ਕਰ ਜਾਂਦਾ, ਤੇ 1 ਸਾਲ ਫਿਰ ETC ਤੇ PTC ਦੋਨੇ ਹੀ ਰਿਲੇ ਕਰਦੇ ਰਹੇ। ਉਹ 1 ਸਾਲ ਦਾ ਰਿਲੇ ਦਾ ਕੋਈ ਪੈਸਾ ਵੀ ਨਾ ETC ਨੇ ਆਪਣਾ ਜਮ੍ਹਾਂ ਕਰਾਇਆ ਅੱਜ ਤੱਕ SGPC ਨੂੰ, ਨਾ PTC ਨੇ ਜਮ੍ਹਾਂ ਕਰਾਇਆ, ਜਾਂ PTC ਕਹਿ ਲਓ ਜਾਂ G-Next ਟੂ ਬੀ ਪ੍ਰੀਸਾਈਜ਼, ਉਹਨੇ ਜਮ੍ਹਾਂ ਕਰਾਇਆ। ਸੋ ਉਹ ਰੈਵਨਿਊ ਖਾ ਗਏ ਤੇ ਉਹ ਰੈਵਨਿਊ ਦਾ ਡਿਸਪਿਊਟ ਚੱਲਦਾ ਰਿਹਾ। ਐਡਵਰਟਾਈਜ਼ਿੰਗ ਦਾ ਰੈਵਨਿਊ ਵੀ ਨਹੀਂ ਗਏ। ਤੇ ਇਹਦਾ ਕੋਰਟ 'ਚ ਜਦੋਂ ਇੱਕ ਮੁੱਦਾ ਆਇਆ ਤਾਂ ਉਸ ਟਾਈਮ ਜਦੋਂ ਕਿ ਸ਼੍ਰੋਮਣੀ ਕਮੇਟੀ ਤਾਂ ਫੋਲੋ ਕਰ ਰਹੀ ਸੀ ਉਸ ਮੁੱਦੇ ਨੂੰ, ਬਟ ਉਹਨਾਂ ਦੇ ਜਿਹੜੇ ਆਪਦੇ ਕਰਿੰਦੇ ਸੀ ਉਹ ਕੋਰਟ ਦੇ ਵਿੱਚ ਇਹ ਬਿਆਨ ਦੇ ਰਹੇ ਸੀ ਕਿ ਸਾਨੂੰ ਸਭ ਕੁਝ ਮਿਲ ਰਿਹਾ ਜੀ। ਸੋ ਮਤਲਬ ਇੱਕ ਤਰ੍ਹਾਂ ਆਪਦੇ ਪੈਸੇ ਨੂੰ ਹੀ ਨਕਾਰਿਆ ਜਾ ਰਿਹਾ ਸੀ। ਉਹਦੇ ਬਾਅਦ ਇਹ ਫਿਰ ਅਗਲਾ ਜਦੋਂ ਕੰਟਰੈਕਟ ਰੀਨਿਊ ਹੋਇਆ ਤਾਂ ਇਲੈਕਸ਼ਨਸ ਅਗਲੇ ਆ ਗਏ। ਇਹ 1 ਸਾਲ ਸਵਾ ਸਾਲ ਫਿਰ ਇਹ ਕੰਟਰੈਕਟ ਰੀਨਿਊ ਨਹੀਂ ਹੋਇਆ। ਉਹਨਾਂ ਦਿਨਾਂ ਦੇ ਪੈਸੇ ਵੀ PTC ਨੇ ਅੱਜ ਤੱਕ G-Next ਨੇ ਨਹੀਂ ਦਿੱਤੇ, ਹਾਲਾਂਕਿ ਉਹ ਰਿਲੇ ਇੰਜੋਏ ਕਰਦੇ ਨੇ। ਤੇ ਅਗਲਾ ਕੰਟਰੈਕਟ ਅਮਾਊਂਟ ਲਗਾਈ ਹੋਈ ਹੈ ਚਾਰਟਸ ਦੇ ਵਿੱਚ ਹੀ, ਐਗਜ਼ੈਕਟ ਹੈਗੀ ਆ ਕਿ ਨੋਮੀਨਲ ਲਾਸ ਕਿੰਨਾ ਹੋਇਆ, ਫਿਗਰੇਟਿਵ ਲਾਸ ਕਿੰਨਾ ਹੋਇਆ, ਸਾਰੇ ਫਿਗਰਸ ਹੈਗੇ ਆ, ਤੁਹਾਨੂੰ ਰਿਪੋਰਟ 'ਚ ਮਿਲ ਜਾਣਗੇ।
ਠੀਕ ਹੈ ਜੀ। ਇਹ ਕਰੋੜਾਂ 'ਚ ਰਨ ਕਰਦਾ ਲॉस ਹਿਊਜ ਅਮਾਊਂਟਸ ਦੇ ਵਿੱਚ। ਇਹ ਸਾਰੀ ਫਾਈਨੈਂਸ਼ੀਅਲ ਬੰਗਲਿੰਗ ਹੁੰਦੀ ਰਹੀ ਜੀ। 2015 ਤੋਂ ਬਾਅਦ ਅਸੀਂ ਬਹੁਤ ਵਾਰੀ ਡੇਟਾ ਮੰਗ ਲਿਆ, 2015 ਤੋਂ ਬਾਅਦ ਦਾ ਡੇਟਾ ਹੈ ਨਹੀਂਗਾ। ਕਈ ਪੇਮੈਂਟਸ ਤਾਂ ਜਾਣ ਕੇ ਵੀ ਰੋਕੀਆਂ ਗਈਆਂ ਜਿਹੜੀਆਂ ਨਹੀਂ ਦਿੱਤੀਆਂ, ਤੇ ਉਹ ਜਿਹੜੀਆਂ ਨਹੀਂ ਦਿੱਤੀਆਂ ਪੇਮੈਂਟਸ ਆ ਉਹ ਵੇਖ ਲਓ ਉਸ ਸਮੇਂ ਪੀਟੀਸੀ ਕੋਲੇ ਆਪਦੇ ਕੋਲੇ ਕੈਸ਼ ਇਨ ਹੈਂਡ 14 ਤੋਂ 15 ਕਰੋੜ ਹੈਗਾ, ਉਹ ਵੀ ਲਗਾਇਆ ਗਿਆ, ਬਟ ਉਹਨਾਂ ਨੇ ਗੁਰੂ ਘਰ ਦੀ ਪੇਮੈਂਟ ਨਹੀਂ ਦਿੱਤੀ। ਆਪਦੇ ਡਾਇਰੈਕਟਰਾਂ ਨੂੰ 2-2 ਕਰੋੜ ਰੁਪਏ ਸੈਲਰੀ ਦਿੰਦੇ ਰਹੇ, ਪਰ ਇਹ 50-60 ਲੱਖ 70 ਲੱਖ ਉਹ ਆਮ ਹੀ ਰੋਕਦੇ ਰਹੇ। ਸੋ ਇਹ ਹੁੰਦਾ ਰਿਹਾ। ਇਸ ਤੋਂ ਇਲਾਵਾ ਜਿਹੜੇ ਅਕਾਊਂਟਸ ਵੀ ਹੈਗੇ ਐਸਜੀਪੀਸੀ ਦੇ, ਉਹ ਵੀ ਕੋਈ ਜ਼ਰੂਰੀ ਨਹੀਂ ਕਿ ਉਹ ਸਹੀ ਹੋਣ, ਉਹ ਵੀ ਉਹਨਾਂ ਦੇ ਵਿੱਚ ਵੀ ਬਹੁਤ ਉਣਤਾਈਆਂ ਤੇ ਉਹਨਾਂ 'ਚ ਕਮੀਆਂ। ਤੇ ਆ ਮੈਂ ਜੋ ਇੱਕ ਉਹਨਾਂ ਦਾ ਆਪਦਾ ਹੀ ਆਰਟੀਆਈ ਦੇ ਥਰੂ ਲਿਆਂਦਾ ਵੇ ਡਾਕੂਮੈਂਟ ਆ। ਇਹਦੇ ਵਿੱਚ ਕੀ ਆ ਕਿ ਪੇਮੈਂਟ ਦੀ ਜਿਹੜੀ ਐਂਟਰੀ ਆ ਪ੍ਰਾਪਤ ਕੀਤੀ ਜਿਹੜੀ ਹੈਗੀ ਆ, ਇਹ ਚੈੱਕ ਪ੍ਰਾਪਤ ਕਰਦੇ ਆ 27/10/2014 ਨੂੰ, ਠੀਕ ਹੈ। ਪਰ ਉਹਨਾਂ ਦੇ ਅਕਾਊਂਟ ਦੇ ਵਿੱਚ 16/4/14 ਨੂੰ ਪਹਿਲਾਂ ਹੀ ਪੇਮੈਂਟ ਟ੍ਰਾਂਸਫਰ ਕਰ ਦਿੰਦੇ ਆ ਕਿ ਹਾਂਜੀ, ਮਤਲਬ 6 ਮਹੀਨੇ ਪਹਿਲਾਂ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਸਾਨੂੰ ਚੈੱਕ ਆ ਜਾਊਗਾ, ਮਤਲਬ ਪੇਮੈਂਟ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਖਾਤੇ 'ਚ। ਸੋ ਇਹਨਾਂ ਨੂੰ ਫਰਦਰ ਜੇ ਕੋਈ ਬੰਦਾ ਹੋਰ ਇਨਵੈਸਟੀਗੇਟ ਕਰੂਗਾ ਜਾਂ ਉਹ ਹੱਕ ਦੇਣਗੇ ਤੁਹਾਨੂੰ ਇਨਵੈਸਟੀਗੇਟ ਕਰਨ ਦੇ, ਤਾਂ ਇਹ ਵੀ ਵੇਖਣ ਵਾਲਾ ਵੀ ਉਹ ਚੈੱਕ ਐਕਚੁਅਲੀ ਕੈਸ਼ ਹੋਏ ਆ, ਪੇਮੈਂਟਸ ਆਈਆਂ ਵੀ ਆ ਕਿ ਨਹੀਂ ਆਈਆਂ। ਕੋਈ ਇਹਦੇ ਵਿੱਚ ਆਡਿਟ ਦੀ ਉਹ ਰਿਪਲਾਈ ਨਹੀਂ ਦਿੰਦੇ। ਅਸੀਂ ਕੋਸ਼ਿਸ਼ ਕਰਕੇ ਵੇਖ ਲਈ ਆ, ਕਿਸੇ ਨੂੰ ਉਹ ਆਨਸਰ ਨਹੀਂ। ਇਹ ਪ੍ਰੋਸੀਜਰਲ ਤੇ ਫਾਈਨੈਂਸ਼ੀਅਲ ਲੈਪਸਿਸ ਸੀਗੇ। ਇਸ ਤੋਂ ਇਲਾਵਾ ਜੇ ਹੁਣ ਅਸੀਂ ਹੋਰ ਵੀ ਲੈਪਸਿਸ ਹੈਗੇ ਆ, ਮੈਂ ਅਣਗਿਣਤ ਬੋਲਦਾ ਜਾਊਂਗਾ ਤਾਂ ਬਹੁਤ ਲੰਬਾ ਬਣ ਜੂ। ਬਹੁਤ ਲੈਪਸਿਸ ਹੈਗੇ ਆ, ਬਹੁਤ ਪ੍ਰੋਸੀਜਰਲ ਲੈਪਸਿਸ ਆ, ਬਹੁਤ ਫਾਈਨੈਂਸ਼ੀਅਲ ਕਪਲੇ ਆ ਇਹਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਹੀ 2 ਹੋਰ ਸੰਸਥਾਵਾਂ ਹੈ ਜਿਹੜੀਆਂ, ਇੱਕ ਹਿੰਦੂ ਸੰਸਥਾ, 2 ਹਿੰਦੂ ਸੰਸਥਾਵਾਂ ਹੈ ਜਿਨ੍ਹਾਂ ਨੇ ਆਪਦਾ ਇਸੇ ਤਰੀਕੇ ਦੇ ਰਿਲੇਜ਼ ਸ਼ੁਰੂ ਕੀਤੇ। ਇੱਕ ਆ ਮਾਤਾ ਵੈਸ਼ਨੋ ਦੇਵੀ ਟਰਸਟ, ਉਹਨਾਂ ਦਾ ਟੈਂਡਰ ਡਾਕੂਮੈਂਟ ਨਾਲ ਲਗਾਇਆ। ਉਹ ਸਿਰਫ 2 ਘੰਟਿਆਂ ਦਾ ਰਿਲੇ ਦਿੰਦੇ ਆ, ਅਲਾਓ ਕਰਦੇ ਆ। 2 ਘੰਟਿਆਂ ਦੇ ਰਿਲੇ ਵਾਸਤੇ ਉਹ ਤਕਰੀਬਨ 2015-16 ਦੇ ਵਿੱਚ ਵੀ 2 ਕਰੋੜ ਰੁਪਇਆ ਲੈਂਦੇ ਸੀ, 1 ਕਰੋੜ 80 ਲੱਖ ਮਿਨੀਮਮ ਕਾਸਟ ਸੀ। ਉਸ ਤੋਂ ਬਾਅਦ ਤੁਸੀਂ ਬਿਡ ਕਰਨਾ। ਇਸ ਤੋਂ ਇਲਾਵਾ ਸਾਰੇ ਇਕੁਇਪਮੈਂਟ, ਸਾਰੀਆਂ ਪਰਮਿਸ਼ਨਸ, ਸਾਰਾ ਕੁਝ ਹੋਣਾ ਚਾਹੀਦਾ ਹੈ। ਨਾਟ ਓਨਲੀ ਦੈਟ, ਜਿਹੜਾ ਸ਼੍ਰੋਮਣੀ ਕਮੇਟੀ ਦਾ ਜੀ-ਨੈਕਸਟ ਦਾ ਐਗਰੀਮੈਂਟ ਆ, ਉਹਦੇ ਵਿੱਚ ਕੀ ਆ, ਜਿਹੜਾ ਉਹ ਉੱਥੇ ਰਿਕਾਰਡਿੰਗ ਹੁੰਦੀ ਆ, ਜੋ ਵੀ ਕੁਝ ਹੁੰਦਾ ਉਹ ਜੀ-ਨੈਕਸਟ ਦੀ ਪ੍ਰਾਪਰਟੀ ਬਣ ਜਾਂਦੀ ਆ। ਉਹਦਾ ਕੇਸ ਵੀ ਡਿਸਪਿਊਟ ਵੀ ਹੁੰਦਾ ਰਿਹਾ, ਪਰ ਉਹਨਾਂ ਨੇ ਕਦੀ ਇਹਨਾਂ ਨੂੰ ਦਿੱਤਾ ਨਹੀਂ, ਠੀਕ ਆ, ਅਲਾਉਡ ਨਹੀਂ। ਵੇਅਰ ਐਜ਼ ਇਨ ਕੇਸ ਆਫ ਵੈਸ਼ਨੋ ਦੇਵੀ ਟਰਸਟ, ਉਹਦੀਆਂ ਤੁਸੀਂ ਬੜੀਆਂ ਐਲੈਬੋਰੇਟ ਹੋਰ ਨਿੱਕੀਆਂ ਬਹੁਤ ਸੋਹਣੀ ਤਰੀਕੇ ਨਾਲ ਤਿਆਰ ਕੀਤਾ ਵਾ ਹੈਗਾ, ਡਾਕੂਮੈਂਟ ਨਾਲ ਅਟੈਚਡ ਆ, ਕਿ ਅਸੀਂ ਉਹਦੇ ਤੋਂ ਵੀ ਪਿੱਛੇ ਪੈ ਗਏ। ਤੁਸੀਂ ਸੋਚੋ, ਅਸੀਂ 24 ਘੰਟੇ ਦਾ ਰਿਲੇ ਵਿਦ ਆਲ ਰਾਈਟਸ ਵਿਦ ਐਵਰੀਥਿੰਗ ਅਸੀਂ ਇੰਨਾ ਸਸਤਾ ਦੇਤਾ, ਤੇ ਉਹਨਾਂ ਨੇ ਸਿਰਫ 2 ਘੰਟੇ ਦਾ ਰਾਈਟ, ਮਚ ਸਮੋਲਰ ਆਡੀਅੰਸ ਕਿੱਥੇ ਗਿਆ। ਸੋ ਇਹ ਕਿਸੇ ਨਾ ਕਿਸੇ ਨੂੰ ਤਾਂ ਬੈਨੀਫਿਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਤਿਰੂਪਤੀ ਬਾਲਾ ਜੀ ਦਾ ਮੈਂ ਐਗਜ਼ਾਮਪਲ ਦਿੱਤਾ। ਤਿਰੂਪਤੀ ਬਾਲਾ ਜੀ ਦੀਆਂ ਵੀ ਸਟੇਟਮੈਂਟਸ ਨਾਲ ਲੱਗੀਆਂ। ਉਹਨਾਂ ਨੇ 2007 'ਚ ਚੈਨਲ ਚਲਾਇਆ, ਅੱਜ ਉਹ 72 ਕੰਟਰੀਜ਼ 24 ਘੰਟੇ ਚੈਨਲ ਚੱਲਦਾ ਹੈ। ਉਹਨਾਂ ਦੇ ਜਿਹੜੇ ਡਾਇਰੈਕਟਰਸ ਆ ਜਾਂ ਉਹਨਾਂ ਦੇ ਜਿਹੜੇ ਬੰਦੇ ਉਸ ਟੀਵੀ ਚੈਨਲ ਨੂੰ ਚਲਾਉਂਦੇ ਆ, ਉਹਨਾਂ ਦਾ ਕਿਸੇ ਦਾ ਨਾ ਤਾਂ ਕੋਈ ਬਿਜ਼ਨਸ ਇੰਟਰਸਟ ਹੋਣਾ ਚਾਹੀਦਾ, ਨਾ ਕੋਈ ਪੋਲੀਟੀਕਲ ਇੰਟਰਸਟ ਹੋਣਾ ਚਾਹੀਦਾ ਉਸ ਸੰਸਥਾ ਦੇ ਆਸ-ਪਾਸ। ਇਸ ਤੋਂ ਇਲਾਵਾ ਉਹ ਬਹੁਤ ਹੀ ਟ੍ਰੇਨਡ ਬੰਦੇ ਲੈਂਦੇ ਆ, ਬਹੁਤ ਹੀ ਸਿੱਖਾਂ ਦੇ ਵਿੱਚ ਵੀ ਇਸ ਸਮੇਂ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਵੀ ਟੀਵੀ ਚੈਨਲਸ ਨੂੰ ਚਲਾਉਣ ਵਾਸਤੇ ਬਹੁਤ ਮਾਹਰ ਅਵੇਲੇਬਲ ਆ। ਪਰ ਉਹ ਵੀ ਮਾਹਰ ਲੈਂਦੇ ਆ, ਪਰ ਉਹ ਸਿਰਫ 1 ਲੱਖ ਰੁਪਇਆ ਮਹੀਨੇ ਦੀ ਤਨਖਾਹ 'ਤੇ ਲੈਂਦੇ ਆ, 12 ਲੱਖ ਰੁਪਇਆ ਸਾਲ ਦਾ ਦਿੰਦੇ ਆ। ਜਿਹੜਾ ਬੰਦਾ ਸੇਵਾ ਭਾਵ ਨਾਲ ਆਉਂਦਾ ਉਹਨੂੰ ਹੀ ਲੈਂਦੇ ਆ। ਇੱਥੇ ਨਿੱਜੀ ਚੈਨਲ ਤਕਰੀਬਨ 2-2 ਕਰੋੜ ਸੈਲਰੀ ਸਟਾਫ ਦੇ ਟੌਪ ਬੰਦਿਆਂ ਨੂੰ ਦੇ ਰਹੇ। ਸੋ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਉਹ ਕਿੰਨੇ ਕੁ ਮਾਰਜਨਸ 'ਤੇ ਪਲੇ ਕਰ ਰਹੇ। ਤੀਸਰੀ ਚੀਜ਼ ਇਹ ਹੈ ਕਿ ਬਈ ਕਿਉਂਕਿ ਉਹ ਚੈਨਲ ਹਮੇਸ਼ਾ ਚੱਲਦਾ ਹੈ, 24 ਘੰਟੇ 'ਚ ਰਿਲੇ ਕਰਦੇ ਆ, ਤਾਂ ਉਹਨਾਂ ਦਾ ਨੈਚੁਰਲ ਰਿਸੋਰਸਿਸ ਵੀ ਕ੍ਰੀਏਟ ਕਰਦੇ ਆ। ਅਤੇ ਉਹ ਚੈਨਲ ਸਿਰਫ 1 ਲੱਖ ਰੁਪਇਆ ਪਹਿਲੀ ਸ਼ੇਅਰ ਐਪਲੀਕੇਸ਼ਨ ਮਨੀ ਅਤੇ ਬਾਅਦ 'ਚ 1.5 ਕਰੋੜ ਰੁਪਏ ਨਾਲ ਚੱਲਿਆ। ਹੁਣ ਲੇਟਲੀ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਨਿੱਜੀ ਚੈਨਲ ਚਲਾਉਣਾ ਤਾਂ ਜੀ 200 ਕਰੋੜ ਰੁਪਏ ਦਾ ਖਰਚਾ, 300 ਕਰੋੜ ਦਾ ਖਰਚਾ। ਸਰਕਾਰ ਦੀ ਪਾਲਿਸੀ ਹੈਗੀ ਆ ਅਪਲਿੰਕਿੰਗ ਅਤੇ ਡਾਊਨਲਿੰਕਿੰਗ ਦੀ। 5 ਕਰੋੜ ਰੁਪਏ ਨੈੱਟਵਰਥ ਹੋਣੀ ਚਾਹੀਦੀ ਆ, ਜਿਹੜੀ ਕਿ ਸ਼੍ਰੋਮਣੀ ਕਮੇਟੀ ਦਾ ਈਜ਼ਲੀ ਹੈਗੀ ਆ, ਠੀਕ ਆ। ਉਹਦੇ ਇਲਾਵਾ ਸਿਰਫ 15 ਲੱਖ ਰੁਪਏ ਡਾਊਨਲਿੰਕਿੰਗ ਦੀ ਕਾਸਟ ਅਤੇ 5 ਲੱਖ ਰੁਪਏ ਇੱਕ ਅਪਲਿੰਕਿੰਗ ਦੀ ਕਾਸਟ ਆ ਸਾਲਾਨਾ, 20 ਲੱਖ ਰੁਪਏ ਦਾ। ਇਸ ਤੋਂ ਇਲਾਵਾ ਤੁਸੀਂ ਸਾਰੇ ਇਸੇ ਕੰਮ 'ਚੋਂ ਹੀ ਹੋ, ਮੇਰਾ ਖਿਆਲ ਬਹੁਤ ਚੰਗੇ ਕੈਮਰੇ, ਬਹੁਤ ਕੁਝ ਚੰਗਾ ਲਾ ਲਓਗੇ, ਜਿੱਥੇ ਆਲਰੇਡੀ ਐਗਜ਼ਿਸਟਿੰਗ ਤੁਹਾਨੂੰ ਕੋਈ ਸਟੂਡੀਓ ਨਹੀਂ ਚਾਹੀਦਾ, ਕੁਝ ਨਹੀਂ ਚਾਹੀਦਾ, ਸਿਰਫ ਰਿਲੇ ਹੀ ਕਰਨਾ। ਕੋਈ 50 ਲੱਖ ਦੇ ਲਾ ਲਓਗੇ, ਕਰੋੜ ਦੇ ਲਾ ਲਓਗੇ, 2 ਕਰੋੜ ਦੇ ਕੈਮਰੇ ਲਾ ਲਓਗੇ, ਡਰੋਨਸ ਲਗਾ ਲਓਗੇ, ਸਾਰਾ ਕੁਝ ਵੀ ਲਗਾ ਲਓ, ਸਟੇਟ ਆਫ ਦੀ ਆਰਟ ਟੈਕਨੋਲੋਜੀ ਵੀ ਲਾ ਲਓ। ਅੱਜ ਦੀ ਡੇਟ 'ਚ ਟੈਕਨੋਲੋਜੀ ਬਹੁਤ ਈਜ਼ੀਲੀ ਅਵੇਲੇਬਲ ਹੈ। ਸੋ ਇਹ ਬਿਲਕੁਲ ਗੁੰਮਰਾਹ ਕੀਤਾ ਜਾ ਰਿਹਾ ਕਿ ਵੀ ਇਹ ਚਲਾਉਣਾ ਬਹੁਤ ਮੁਸ਼ਕਿਲ ਹੈ, ਇਹ ਬਹੁਤ ਵੱਡੇ ਖਰਚੇ ਵਾਲੀ ਗੱਲ ਆ। ਅਤੇ ਵੈਸੇ ਵੀ ਇਹ ਉਹਦੀ ਐਸਟੈਬਲਿਸ਼ਮੈਂਟ ਦਾ ਖਰਚਾ ਉਹ ਆਲਰੇਡੀ ਜੇ ਤੁਸੀਂ ਦਰਬਾਰ ਸਾਹਿਬ ਜਾਓ ਤਾਂ ਇੱਕ ਕਮਰੇ ਦੇ ਵਿੱਚੋਂ ਦਰਬਾਰ ਸਾਹਿਬ 'ਚੋਂ ਹੀ ਹੋ ਰਿਹਾ ਪਹਿਲਾਂ।
ਸੋ ਇੱਕ ਤਾਂ ਇਹ ਹੈਗਾ ਜੀ। ਦੂਸਰਾ ਅਸੀਂ ਇਹਦੇ ਵਿੱਚ ਇਨਵੈਸਟੀਗੇਟ ਕਰਦੇ ਟਾਈਮ ਇਹ ਵੀ ਵੇਖਿਆ ਕਿ ਮੱਕੇ ਦੇ ਵਿੱਚ ਜਿਹੜੇ ਇਸਲਾਮ ਵਾਲੇ ਆ ਉਹ ਕਿਵੇਂ ਕਰਦੇ ਆ। ਉਹਨਾਂ ਨੇ ਕੀ ਕੀਤਾ, ਉਹ ਮੱਕੇ ਦੇ ਵਿੱਚ ਕੋਈ ਐਂ ਪ੍ਰਾਈਵੇਟ ਪਲੇਅਰ ਐਂਟਰ ਨਹੀਂ ਕਰ ਸਕਦਾ। ਉਹਨਾਂ ਨੇ ਕੈਮਰੇ ਲਗਾਏ ਹੋਏ ਆ, ਉਹ ਰਿਲੇ ਹੁੰਦਾ ਉੱਥੋਂ, ਅਤੇ ਉਹ ਸਾਰੀ ਫੀਡ ਬਾਹਰ ਇੱਕ ਉਹਨਾਂ ਦੀ ਆਪਦੀ ਟੈਲੀਵਿਜ਼ਨ ਕੰਪਨੀ ਆ ਉਹਨੂੰ ਦਿੰਦੇ ਆ, ਅਤੇ ਉਦੋਂ ਬਾਅਦ ਉਹ ਫੀਡ ਜਿਹੜੀ ਆ ਉਹ ਫ੍ਰੀਲੀ ਅਵੇਲੇਬਲ ਹੁੰਦੀ ਆ ਅਕਰੋਸ ਦੀ ਵਰਲਡ ਫॉर ਆਲ ਇਸਲਾਮਿਕ ਪੀਪਲ ਜਿਹਨੇ ਵੀ ਰਿਲੇ ਕਰਨਾ। ਉਹਦੀ ਕੋਈ ਕਾਸਟ ਨਹੀਂ ਲਈ ਜਾਂਦੀ, ਕਿਉਂਕਿ ਬੁਨਿਆਦੀ ਤੌਰ 'ਤੇ ਧਰਮ ਪ੍ਰਚਾਰ ਅਤੇ ਪ੍ਰਸਾਰ ਹੀ ਸ਼੍ਰੋਮਣੀ ਕਮੇਟੀ ਦਾ ਹੈਗਾ। ਤਾਂ ਕੋਈ ਐਸਾ ਸੋਚਿਆ ਜਾ ਸਕਦਾ, ਉਹ ਬਾਜੀ ਪਰਮਜੀਤ ਗੱਲ ਕਰਨਗੇ ਉਹਦੇ ਬਾਰੇ ਡਿਟੇਲ 'ਚ। ਅਤੇ ਇਹ ਆ ਕਿ ਵੀ ਉਹਨੂੰ ਇਹ ਕੁਛ ਮੈਥਡਸ ਦੱਸੇ ਆ, ਹੋਰ ਵੀ ਹੈਗੇ ਆ, ਜਗਨਨਾਥਪੁਰੀ ਦਾ ਵੀ ਡਿਸਕਰਾਈਬ ਕੀਤਾ, ਹੋਰਾਂ ਦਾ ਵੀ। ਪਰ ਜਿੰਨੀ ਮਿਸਮੈਨੇਜਮੈਂਟ, ਜਿੰਨੀ ਉਣਤਾਈਆਂ, ਜਿੰਨਾ ਨਿੱਜੀ ਫਾਇਦੇ ਜਾਂ ਲਾਭ ਇੱਕ ਦੂਜੇ ਨੂੰ ਦਿੱਤੇ ਗਏ ਅਸੀਂ ਕੀਤੇ ਆ, ਸ਼ਾਇਦ ਇਹ ਹਿਸਟਰੀ 'ਚ ਨਹੀਂ ਕਦੀ ਕੀਤੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਛੋਟਾ ਜਿਹਾ ਕੰਮ ਸੀ ਜਦੋਂ ਸ਼੍ਰੋਮਣੀ ਕਮੇਟੀ ਬਣੀ ਸੀ, ਉਦੋਂ 10 ਸਾਲਾਂ ਬਾਅਦ ਸਰੋਵਰ ਦੇ ਵਿੱਚ ਜੰਗਲੇ ਬਦਲਣੇ ਸੀਗੇ, ਜੰਗਲੇ ਲਾਉਣੇ ਸੀਗੇ। ਜੰਗਲੇ ਲਾਉਣ ਦਾ ਜਿਹੜਾ ਡਿਜ਼ਾਈਨ ਆ, ਉਹਦੀਆਂ ਐਪਲੀਕੇਸ਼ਨਾਂ, ਉਹਦੀਆਂ ਆਈਡੀਆਜ਼ ਮੰਗੇ ਗਏ, ਅਤੇ ਹਜ਼ਾਰਾਂ ਆਈਡੀਆਜ਼ ਆਏ ਕਿ ਵੀ ਕਿਸ ਤਰੀਕੇ ਦਾ ਡਿਜ਼ਾਈਨ ਆ। ਉਸ ਸਮੇਂ ਅੱਜ ਤੋਂ 70-80 ਸਾਲ ਪਹਿਲਾਂ ਅਸੀਂ ਇਸ ਸੈਂਸਿਟਿਵਿਟੀ 'ਤੇ ਖੜ੍ਹੇ ਸੀ। ਅੱਜ ਅਸੀਂ ਆਪਦੇ ਬੰਦਿਆਂ ਨੂੰ ਹੀ ਨਹੀਂ ਪੁੱਛਦੇ, ਬੁਲਾ ਕੇ ਕੋਈ ਕਮੇਟੀ ਜਾਂ ਟੀਮ ਨਹੀਂ ਬਣਾਉਂਦੇ ਵੀ ਅਸੀਂ ਰਿਲੇ ਕਰਨਾ ਚਾਹਾਂਗੇ ਤਾਂ ਕੀ ਰਿਪੋਰਟ ਬਣ ਸਕਦੀ। ਸਾਡੇ ਕੋਲ ਇਸ ਟਾਈਮ ਕੌਮ ਕੋਲੇ, ਨਾਨਕ ਨਾਮ ਲੇਵਾ ਸੰਗਤ ਕੋਲੇ, ਹੋਰ ਭਾਈਚਾਰਿਆਂ ਕੋਲੇ ਇੰਨਾ ਰਿਸੋਰਸ ਅਵੇਲੇਬਲ ਆ ਕਿ ਘੱਟੋ ਘੱਟ TV ਚੈਨਲ ਚਲਾਉਣਾ ਕਿਵੇਂ ਹੈਗਾ ਉਹਦੇ ਬਾਰੇ ਅਸੀਂ ਬਹੁਤ ਪ੍ਰੀਸਾਈਜ਼ ਕੰਮ ਕਰ ਸਕਦੇ ਹਾਂ। ਅਤੇ ਇਹ ਇੰਨਾ ਵਿਚਾਰ ਮੇਰੇ ਆ ਜੀ।